ਵੀਰੇ ਪਿੰਨੀਆਂ ਲੈ ਕੇ ਆਈ ਸੀ ਤੁਹਾਡੇ ਲਈ। ਤੁਹਾਨੂੰ ਬਹੁਤ ਪਸੰਦ ਹੈ ਨਾ? ਚੰਗਾ, ਹੁਣ ਮੈਂ ਚੱਲਦੀ ਹਾਂ, ਨਹੀਂ ਤਾਂ ਮੰਮੀ ਰਸਤਾ ਦੇਖਦੇ ਰਹਿਣਗੇ ਕਿ ਇੰਨਾ ਕਿੱਥੇ ਲੇਟ ਹੋ ਗਈ ਸੀ। कैसा पाना वाहिगुरु दा भैन भरा नूं लुक लुक के मिलना पै रहा। खैर जो उस्ताद नूं मंजूर। ਸਤਿ ਸ਼੍ਰੀ ਅਕਾਲ ਵੀਰ ਜੀ। सत श्री अकाल। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸ਼ਿੰਦੋ ਆ, ਸੁਖਦੇਵ ਦੇ ਚਾਚੇ ਦੀ ਕੁੜੀ। अच्छा सत ਸਤਿ श्रीकाल ਸ਼੍ਰੀ जी। ਅਕਾਲ। ਚੰਗਾ ਜੀ। ਸੁਖਦੇਵ ਜੀ ਸਤਿ ਸ਼੍ਰੀ ਅਕਾਲ। सत श्री अकाल। ਖੁਸ਼ਖਬਰੀਆਂ ਨੇ, ਹੁਣ ਤੁਹਾਨੂੰ ਇਨਸਾਫ ਜ਼ਰੂਰ ਮਿਲੂਗਾ। ਆਨੇ ਕਪਤਾਨ ਸਿੰਘ ਗਰੇਵਾਲ ਅੱਜ ਤੋਂ ਬਾਅਦ ਤੁਹਾਡਾ ਕੇਸ ਇਹੀ ਲੜਨਗੇ। ਤੁਹਾਡੀ ਬੜੀ ਮਿਹਰਬਾਨੀ ਪ੍ਰੀਤੀ ਜੀ, ਤੁਸੀਂ ਇੰਨੀ ਭੱਜ ਨੱਠ ਕਰ ਰਹੇ ਹੋ। ਹਰ ਐਸੇ ਮੁਲਕ 'ਚ ਜਿੱਥੇ ਆਪਣੇ ਪਰਾਏ ਹੋ ਜਾਣ ਤੇ ਕਾਨੂੰਨ ਦੇ ਰਾਖੇ ਵੀ ਉਹਨਾਂ ਨੂੰ ਸਪੋਰਟ ਕਰਨ ਲਈ ਪੱਬਾਂ ਪਾਰ ਹੋਏ ਹੋਣ, ਉੱਥੇ ਕੋਈ ਇਨਸਾਫ ਦੀ ਕੀ ਉਮੀਦ ਕਰ ਸਕਦਾ? ਬਾਈ ਜੀ ਤੁਹਾਡਾ ਹੌਸਲਾ ਹਾਰਨ ਦੀ ਵਜ੍ਹਾ ਪਤਾ ਕੀ ਆ? ਤੁਸੀਂ ਹਲੇ ਤੱਕ ਐਡਵੋਕੇਟ ਕਪਤਾਨ ਸਿੰਘ ਗਰੇਵਾਲ ਨੂੰ ਮਿਲੇ ਨਹੀਂ ਸੀ। ਹੁਣ ਦੇਖਿਓ ਇਨਸਾਫ ਦੀ ਦੇਵੀ ਦੀ ਤੱਕੜੀ ਤੁਹਾਡੇ ਵਾਲੇ ਪਾਸੇ ਕਿਵੇਂ ਝੁਕਦੀ ਆ। ਪਤਾ ਕਿਉਂ? ਆਪਾਂ ਨੂੰ ਬਾਈ ਜੀ ਕੁਦਰਤ ਨੇ ਮਿਲਾਇਆ। ਤੁਹਾਡੇ ਕੋਲ ਕੋਈ ਵਕੀਲ ਨਹੀਂ ਸੀ ਜਿਹੜਾ ਤੁਹਾਡਾ ਕੇਸ ਲੜੇ, ਤੇ ਮੇਰੇ ਕੋਲ ਕੋਈ ਕਲਾਇੰਟ ਨਹੀਂ ਸੀ ਜਿਹਦਾ ਮੈਂ ਕੇਸ ਲੜਾ। ਹੁਣ ਮੈਨੂੰ ਸਾਫ਼-ਸਾਫ਼ ਦੱਸੋ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਟੋਰੀ ਹੋਈ ਕੀ ਸੀ? ਕਿਉਂ ਜੀ? ਬਸ ਜੀ ਕੋਈ 20 ਸਾਲ ਪਹਿਲਾਂ ਦੀ ਗੱਲ ਹੈ। ਮੈਂ ਪਿੰਡ ਦੀ ਅਲੜ ਜ਼ਿੰਦਗੀ ਜਿਉਂਦਾ ਹੁੰਦਾ ਸੀ, ਨਾ ਕੋਈ ਫਿਕਰ ਨਾ ਫਾਕਾ। ਮਾਂ ਬਾਪੂ ਨੂੰ ਤਾਂ ਰੱਬ ਨੇ ਛੇਤੀ ਖੋਲਿਆ ਸੀ ਤੇ ਚਾਚੇ ਚਾਚੀ ਨੇ ਆ ਕੇ ਸਾਂਭਿਆ ਮੈਨੂੰ। ਚਾਚੀ ਨੇ ਮਾਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ। ਆਪਣੇ ਬੱਚਿਆਂ ਤੋਂ ਪਹਿਲਾਂ ਮੇਰੇ ਮੂੰਹ 'ਚ ਬੁਰਕੀ ਪਾਉਂਦੀ ਸੀ। ਚਾਚਾ ਚਾਚੀ ਛਿੰਦੋ ਤੇ ਜੈਲੀ, ਬਸ ਇਹੀ ਮੇਰੀ ਦੁਨੀਆ ਸੀ। ਸਾਡੀ ਸ਼ਿੰਦੋ ਸ਼ਕੀਨ ਮਠਾਈਆਂ ਦੀ ਹੈ, ਬਣੂਗੀ ਨੂੰ ਹਲਵਾਈਆਂ ਦੀ। ਸਾਡੀ ਸ਼ਿੰਦੋ ਸ਼ਕੀਨ ਮਠਾਈਆਂ ਦੀ ਹੈ, ਬਣੂਗੀ ਨੂੰ ਹਲਵਾਈਆਂ ਦੀ। ਜ਼ਮੀਨ ਤਾਂ ਬਾਪੂ ਮੇਰੇ ਲਈ ਛੱਡ ਗਿਆ ਸੀ, ਪਰ ਰੂਹ ਮੇਰੀ ਹਰ ਵੇਲੇ ਵਿਲਾਇਤ ਜਾਣ ਨੂੰ ਕਾਲੀ ਪਈ ਰਹਿੰਦੀ। ਚਾਚੇ ਨੇ ਟਰੈਵਲ ਏਜੰਟਾਂ ਨੂੰ ਪੈਸੇ ਪੂਸੇ ਚਾੜ ਕੇ ਮੇਰੇ ਬਾਹਰ ਜਾਣ ਦਾ ਉੱਕਾ ਪੁੱਕਾ ਜੁਗਾੜ ਕਰਵਾਤਾ ਤੇ ਮੈਂ ਵੀ ਤੁਰ ਗਿਆ ਬਿਨਾਂ ਕੁਝ ਸੋਚੇ ਸਮਝੇ। ਹਰਜਵਾ ਪਰ ਬਾਹਰ ਜਾ ਕੇ ਪਤਾ ਲੱਗਾ ਕਿ ਵਲਾਇਤ ਦਾ ਦੂਜਾ ਨਾਂ ਪਰਦੇਸ ਵੀ ਹੁੰਦਾ। ਕੁਝ ਸਮਝ ਨਹੀਂ ਸੀ ਆ ਰਿਹਾ ਵੀਰੇ, ਬਹੁਤ ਖੱਜਲ ਖੁਆਰ ਹੋਇਆ। ਬਸ ਇੱਕੋ ਸਹਾਰਾ ਨਜ਼ਰ ਆਇਆ, ਗੁਰੂ ਘਰ। ਏਜੰਟ ਦੇ ਕਹਿਣ ਤੇ ਮੈਂ ਪਾਸਪੋਰਟ ਤਾਂ ਜਾਂਦਿਆਂ ਹੀ ਪਾੜਤਾ ਸੀ। ਹੁਣ ਨਾ ਉੱਥੇ ਰਹਿਣ ਜੋਗਾ ਨਾ ਵਾਪਸ ਮੁੜਨ ਜੋਗਾ। ਮੈਂ ਤਾਂ ਰੁੜ ਚੱਲਿਆ ਸੀ ਵੀਰੇ, ਪਰ ਉਸ ਦਾਤੇ ਨੇ ਹੱਥ ਫੜ ਲਿਆ ਤੇ ਮੈਂ ਹੌਲੀ ਹੌਲੀ ਬਾਣੀ ਦੇ ਰਾਹ ਤੇ ਪੈ ਗਿਆ। ਚਾਚੀ ਨੂੰ ਚਿੱਠੀ 'ਚ ਲਿਖਿਆ ਕਿ ਮੇਰੇ ਵਾਲੀ ਜ਼ਮੀਨ ਤੇ ਗੁਰਦੁਆਰਾ ਸਾਹਿਬ ਬਣਾ ਦਿਓ, ਮੈਂ ਥੋੜੇ ਬਹੁਤ ਪੈਸੇ ਭੇਜਦਾ ਰਹੂੰਗਾ। ਤੇ ਚਾਚੇ ਹੋਰਾਂ ਨੇ ਵੀ ਇਸ ਗੱਲ ਨੂੰ ਖਿੜੇ ਮੱਥੇ ਲਿਆ ਤੇ ਮੇਰੀ ਜ਼ਮੀਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਹੋ ਗਈ। ਰੂਹ ਉਦੋਂ ਖਿੜ ਉੱਠੀ ਜਦੋਂ ਚਾਚੇ ਨੇ ਗੁਰਦੁਆਰੇ ਦੀਆਂ ਫੋਟੋਆਂ ਕੱਲੀਆਂ ਤੇ ਵੀਰੇ ਤਾਂਗ ਜੀ ਉੱਠੀ ਮਨ 'ਚ ਘਰ ਵਾਪਸ ਮੁੜਨ ਦੀ, ਆਪਣੀ ਜ਼ਮੀਨ ਤੇ ਗੁਰਦੁਆਰਾ ਦੇਖਣ ਦੀ। ਹੱਥ ਪੱਲਾ ਮਾਰ ਕੇ ਕੁਝ ਪੈਸੇ ਇਕੱਠੇ ਕੀਤੇ ਤੇ ਕਿਸੇ ਹੋਰ ਦੇ ਨਾਂ ਤੇ ਬੇੜਿਆਂ 'ਚ ਰੁਲਦਾ ਖੁਲਦਾ ਮੈਂ ਆਪਣੇ ਵਤਨ ਵੱਲ ਨੂੰ ਤੁਰ ਪਿਆ। ਮੈਨੂੰ ਪਤਾ ਸੀ ਕਿ ਜੇ ਇੱਕ ਵਾਰ ਮੈਂ ਪੰਜਾਬ ਆ ਗਿਆ ਤਾਂ ਵਾਪਸ ਨਹੀਂ ਮੁੜ ਹੋਣਾ। ਪਰ ਹੁਣ ਕਰਨਾ ਵੀ ਕੀ ਸੀ ਵਾਪਸ ਮੁੜ ਕੇ, ਜਦ ਮੇਰੀ ਅਸਲੀ ਪਛਾਣ ਮੇਰਾ ਪਿੰਡ ਸੀ।
ਤੇ ਵੀਰੇ ਮੈਂ ਘਰ ਵਾਪਸ ਆ ਗਿਆ, ਆਪਣੇ ਪਿੰਡ, ਮੇਰੇ ਆਪਣਿਆਂ ਕੋਲ। ਆਪਣੇ ਘਰ ਵਾਪਸ ਆਇਆ, ਮੇਰੇ ਆਪਣੇ ਘਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁੱਡੂ ਰਾਣੀ, ਗੱਲ ਐਦਾਂ ਕਿ ਮੈਂ ਤੇਰੇ ਲਈ ਇੱਕ ਰਿਸ਼ਤਾ ਲੈ ਕੇ ਆਇਆ ਸੀ, ਰਿਸ਼ਤਾ ਲੈ ਕੇ ਆਏ ਸੀ? ਹਲਵਾਈਆਂ ਦਾ। ਮੇਰੀ ਛਿੰਦੋ ਸ਼ੌਕੀਨ ਮਿਠਾਈਆਂ ਦੀ। ਇਹ ਨੂੰ ਬਣੂਗੀ ਹਲਵਾਈਆਂ ਦੀ। ਸੁੱਖਾ ਵੀਰਾ। ਮੇਰੀ ਲਾਡੋ ਰਾਣੀ ਕਿੰਨੀ ਵੱਡੀ ਹੋ ਗਈ ਹੈ। ਚਾਚਾ, ਸਤਿ ਸ਼੍ਰੀ ਅਕਾਲ ਚਾਚਾ। ਵੈਰੀ ਬੈਨਾ। ਕੌਣ ਹੈ ਤੂੰ? ਕਿੱਥੋਂ ਆਇਆ? ਕੌਣ ਹੈ ਕੁੜੀਏ? ਪਾਪਾ ਸੁੱਖਾ ਵੀਰਾ। ਚਾਚਾ, ਮੈਂ ਤੇਰਾ ਭਤੀਜਾ ਸੁਖਦੇਵ। ਕਿਹੜਾ ਸੁਖਦੇਵ? ਕੌਣ ਸੁਖਦੇਵ ਤੂੰ ਹੈ? ਸਾਡੇ ਸੁੱਖੇ ਨੂੰ ਮਰਿਆਂ ਤੇ ਸਾਲ ਹੋ ਗਿਆ, ਤੂੰ ਕਿੱਥੋਂ ਸਿਵਿਆਂ ਚ ਉੱਠ ਕੇ ਆ ਗਿਆ ਓਏ? ਚਾਚਾ, ਇੰਗਲੈਂਡ ਤੋਂ ਤੇਰਾ ਭਤੀਜਾ ਸੁਖਦੇਵ। ਕੀ ਗੱਲ ਕਰ ਰਹੇ ਚਾਚਾ? ਕਿਹੜਾ ਇੰਗਲੈਂਡ? ਚੱਲ ਨਿਕਲ ਇੱਥੋਂ। ਐਵੇਂ ਕੁੱਛੜ ਚੜੀ ਜਾਨਾ ਹੈ। ਚਾਚਾ ਲਾਈ ਆ। ਚਾਚੀ ਦੇਖ ਚਾਚਾ ਕੀ ਕਹੀ ਜਾਂਦਾ। ਪੈਰੀ ਪੈਣਾ ਚਾਚੀ। ਮੈਂ ਤੇਰਾ ਭਤੀਜਾ ਸੁਖਦੇਵ। ਬੇ ਭਾਈ, ਕਿਹੜਾ ਸੁਖਦੇਵ? ਮੇਰੇ ਸੁੱਖੇ ਨੂੰ ਮਰੇ ਨੂੰ ਤਾਂ ਸਾਲ ਹੋ ਗਿਆ। ਚਾਚੀ ਮੈਂ ਨਾ ਤਾਂ ਨਹੀਂ ਬਦਲ ਗਿਆ। ਚਾਚੀ ਤੂੰ ਕਹਿੰਦੀ ਸੀ ਕੇਸ ਰੱਖ ਲੈ। ਆ ਦੇਖ, ਤੇਰਾ ਸੁੱਖਾ ਤੇਰੇ ਸਾਹਮਣੇ ਖੜਾ। ਚਾਚੀ, ਬੇ ਜੈਲੀ, ਕੌਣ ਹੈ? ਕੱਢ ਇਹਨੂੰ ਬਾਹਰ। ਇਹ ਜੈਲੀ ਉਹ ਕਿੰਨਾ ਵੱਡਾ ਹੋ ਗਿਆ ਓਏ। ਪਰਾ ਮਾਰੋ ਓਏ, ਐਵੇਂ ਜੱਫੀਆਂ ਪਾਈ ਜਾਂਦੇ। ਉਹ ਕੌਣ ਹੈ ਬਾਪੂ? ਇਹ ਬਾਹਰ ਕੱਢੋ ਇਹਨੂੰ, ਧੱਕੇ ਮਾਰ ਕੇ। ਕੌਣ ਹੈ ਤੂੰ? ਕਿੱਥੋਂ ਆ ਗਿਆ ਮੂੰਹ ਚੁੱਕ ਕੇ? ਹੈ ਕੌਣ ਹੈ ਤੂੰ? ਚੱਲ ਨਿਕਲ। ਆ ਦੇਖ, ਆ ਫੋਟੋਆਂ ਤੂੰ ਹੀ ਕੱਲੀਆਂ। ਮੈਂ ਇੰਗਲੈਂਡ ਤੋਂ ਪੌਂਡ ਭੇਜਦਾ ਰਿਹਾ ਚਾਚਾ। ਆ ਦੇਖ, ਆਪਣੀ ਜ਼ਮੀਨ 'ਚ ਗੁਰਦੁਆਰੇ ਦੀ ਉਸਾਰੀ ਲਈ ਇਹ ਉਹੀ ਫੋਟੋਆਂ ਚਾਚਾ। ਹੱਦ ਕਰੀ ਜਾਨੀ। ਅਖੇ ਮਰ ਗਿਆ। ਕਿੱਥੇ ਮਰ ਗਿਆ? ਕਦੋਂ ਮਰ ਗਿਆ? ਆ ਖੜਾ ਤੁਹਾਡੇ ਸਾਹਮਣੇ। ਆ ਦੇਖ, ਜਿਉਂਦਾ ਖੜਾ ਤੁਹਾਡੇ ਸਾਹਮਣੇ। ਤੈਨੂੰ ਕਿਹਾ ਸੀ ਨਾ ਕਿ ਸਾਡਾ ਸੁੱਖਾ ਕਦੋਂ ਦਾ ਮਰ ਚੁੱਕਾ ਹੈ। ਤੇ ਜੇ ਤੈਨੂੰ ਹੁਣ ਵੀ ਲੱਗਦਾ ਹੈ ਕਿ ਤੂੰ ਹੀ ਸਾਡਾ ਸੁੱਖਾ ਹੈ, ਤੇ ਸਮਝ ਲੈ ਤੂੰ ਮਰ ਚੁੱਕਿਆ ਹੈ ਤੂੰ। ਤੇ ਮਰੇ ਬੰਦੇ ਮੁੜ ਵਾਪਸ ਨਹੀਂ ਆਉਂਦੇ, ਸਮਝਿਆ? ਤੇਰੀ ਭਲਾਈ ਇਸੇ ਚ ਹੈ ਕਿ ਚੁੱਪਚਾਪ ਇਥੋਂ ਦੁੜਕੀ ਹੋ ਜਾ। ਨਿਕਲ ਜਾ, ਨਹੀਂ ਤਾਂ ਸਾਲਿਆ ਇੱਥੇ ਵਿਹੜੇ ਦੇ ਵਿੱਚ ਤੇਰੇ ਡੱਕਰੇ ਕਰ ਦੂੰਗਾ। ਚੱਲ ਨਿਕਲ ਇੱਥੋਂ। ਸਾਲਾ ਮਰ ਕੇ ਜਿਉਂਦਾ ਹੋ ਫਿਰਦਾ ਹੈ। ਦਫਾ ਹੋ ਜਾ। ਤੇ ਜਿਹੜੀ ਜ਼ਮੀਨ ਤੇ ਗੁਰਦੁਆਰਾ ਦੇਖਣ ਦੀ ਰੀਤ ਸੀ, ਉਹ ਜ਼ਮੀਨ ਹੁਣ ਬਿਲਡਰਾਂ ਦੇ ਨਾਂ ਬੋਲਦੀ ਹੈ। ਤੇ 10 ਕਿੱਲਿਆਂ ਦਾ ਮਾਲਕ ਆਪਣੀ ਜ਼ਮੀਨ ਤੇ ਪੈਰ ਵੀ ਨਹੀਂ ਧਰ ਸਕਦਾ। ਸੁਖਦੇਵ ਸਿਆਂ,
ਐਦਾਂ ਦੇ ਫੱਟੇ ਚਾਹੇ ਇਸ ਜ਼ਮੀਨ ਦੇ ਚੱਪੇ ਚੱਪੇ ਤੇ ਲੱਗ ਜਾਣ, ਫਿਰ ਵੀ ਜ਼ਮੀਨ ਦਾ ਮਾਲਕ ਨਹੀਂ ਬਦਲ ਜਾਣਾ। ਸਾਰੀ ਦੁਨੀਆ ਚਾਹੇ ਇਕੱਠੀ ਹੋ ਕੇ ਝੂਠ ਬੋਲਣ ਲੱਗ ਜੇ, ਲੜਾਈ ਤਾਂ ਹੱਕ ਤੇ ਸੱਚ ਨਹੀਂ ਜਿੱਤਣੀ ਆ। ਤੇ ਇਸ ਲੜਾਈ ਦੇ ਵਿੱਚ ਤੂੰ ਇਕੱਲਾ ਨਹੀਂ, ਤੇਰਾ ਛੋਟਾ ਭਰਾ ਤੇਰੇ ਨਾਲ ਹੈ। ਬੱਲੀ, ਇਹ ਜਿੰਦਲ ਹੈ ਕੌਣ? ਐਕਸਕਿਊਜ਼ ਮੀ ਜੈਂਟਲਮੈਨ, ਮੈਂ ਜਾਣ ਸਕਦਾ ਕਿ ਤੁਸੀਂ ਕੌਣ ਹੋ ਤੇ ਇੱਥੇ ਮੇਰੀ ਜ਼ਮੀਨ ਤੇ ਕੀ ਕਰ ਰਹੇ ਹੋ? ਐਡਵੋਕੇਟ ਕਪਤਾਨ ਸਿੰਘ ਗਰੇਵਾਲ। ਤੁਹਾਡੇ ਪਹਿਲੇ ਸਵਾਲ ਦਾ ਜਵਾਬ, ਤੇ ਦੂਜਾ ਤਾਂ ਤੁਹਾਡਾ ਸਵਾਲ ਹੈ ਗਲਤ ਆ ਬਾਈ ਜੀ, ਕਿਉਂਕਿ ਇਹ ਜ਼ਮੀਨ ਤੁਹਾਡੀ ਨਹੀਂ, ਇਸ ਬੰਦੇ ਦੀ ਆ, ਤੇ ਇਹਦਾ ਨਾਂ ਹੈ ਸਰਦਾਰ ਸੁਖਦੇਵ ਸਿੰਘ। ਸੁਖਦੇਵ ਸਿੰਘ? ਉਹ ਵਿਚਾਰਾ ਤਾਂ ਬਹੁਤ ਪਹਿਲਾਂ ਮਰ ਗਿਆ ਹੈ, ਤੇ ਉਹਦੇ ਮਰਨ ਤੋਂ ਬਾਅਦ ਉਹਦੇ ਚਾਚੇ ਨੇ ਇਹ ਜ਼ਮੀਨ ਮੇਰੇ ਨਾਂ ਕਰ ਦਿੱਤੀ ਹੈ। ਅੱਛਾ, ਤਾਂ ਤੂੰ ਹੈ ਜਿੰਦਲ? ਜਿੰਦਲ ਸਾਹਿਬ, ਤੁਸੀਂ ਸੁਣਿਆ ਹੋਣਾ ਵੀ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ, ਤੇ ਸਮਝੋ ਉਸੇ ਜ਼ਮੀਨ ਦੀ ਕੁੱਖ ਚੋਂ ਦੁਬਾਰਾ ਪੈਦਾ ਹੋ ਗਿਆ ਸੁਖਦੇਵ ਸਿੰਘ, ਤੇ ਐਤਕੀ ਉਹਦੇ ਨਾਲ ਮੈਂ ਖੜਾ। ਓਏ ਕਾਕਾ, ਚਤੀਰਾਂ ਨੂੰ ਜੱਫੇ ਨਹੀਂ ਪਾਈਦੇ। ਜਾਣਦਾ ਮੈਂ ਕੌਣ ਆ? ਮੈਂ ਇਸ ਇਲਾਕੇ ਦਾ ਸ਼ੇਰ ਆ, ਸ਼ੇਰ। ਵਾਹ, ਪਹਿਲਾ ਸ਼ੇਰ ਦੇਖਿਆ ਜਿਹਨੂੰ ਆਪਣੀ ਪਛਾਣ ਦੱਸਣ ਦੇ ਲਈ ਆਧਾਰ ਕਾਰਡ ਦਿਖਾਉਣਾ ਪੈ ਰਿਹਾ। ਇੱਕ ਸਲਾਹ ਦਿੰਦਾ ਤੈਨੂੰ, ਕੁੱਤਾ ਪਾਲ ਲਈ, ਬਿੱਲੀ ਪਾਲ ਲਈ, ਜ਼ਿੰਦਗੀ 'ਚ ਕਦੇ ਵਹਿਮ ਨਾ ਪਾਣੀ। ਹੁਣ ਸਿੱਧੀ ਤਰ੍ਹਾਂ ਦੱਸ, ਆ ਫੱਟਾ ਹੁਣੇ ਲਾਉਣਾ ਹੈ ਜਾਂ ਕੋਰਟ ਦੇ ਆਰਡਰ ਆਉਣ ਤੇ ਲਾਏਗਾ? ਉਸਤਾਦ ਜੀ, ਪਹਿਲੀ ਵਾਰੀ ਵੇਖੀ ਤੁਹਾਡੇ ਸੰਨੀ ਦਿਓਲ ਦੀ ਆਤਮਾ ਹੁੰਦੀ। ਓ ਬੱਲੀ ਸਿਆ, ਸੱਪ ਨੂੰ ਸੜਕ ਤੇ ਭੱਜਣਾ ਹੀ ਔਖਾ ਹੁੰਦਾ, ਬਾਣਾ ਤਾਂ ਸੜਾ ਨੇਰੀਆਂ ਠਾਲ ਦਿੰਦਾ। ਦੇਖੀ ਜਾਈ ਅੱਜ ਜਿੰਦਲ ਦੀਆਂ ਭੂਤਾਂ ਕਿਵੇਂ ਕੱਢਦਾ ਮੈਂ। ਚਲੋ ਜੀ। ਓ ਕਿੱਦਾਂ ਜਗਤਾਰ ਮੱਲੀ, ਜਿੱਥੇ ਅਮੀਰ ਬੰਦਾ ਦੇਖਿਆ ਨਹੀਂ, ਸੱਪ ਵਾਂਗੂ ਸਿਰ ਹੀ ਕੱਢ ਲੈਣਾ ਤੂੰ ਹੈ। ਬਸ ਜੀ, ਚੁੰਝ ਗਿੱਲੀ ਕਰ ਲਈਦੀ ਆ ਥੋੜੀ ਜਿਹੀ। ਹੋਰ ਜਿੰਦਲ ਸਾਹਿਬ, ਤੁਹਾਡੇ ਕੇਸ ਦੀ ਫਾਈਲ ਮੈਂ ਪੜ੍ਹੀ ਹੈ, ਕੇਸ 'ਚ ਕੁਝ ਹੈਗਾ ਨਹੀਂ। ਢਿੱਲੋਂ ਸਾਹਿਬ, ਮੈਂ ਇਸ ਪ੍ਰੋਜੈਕਟ ਤੇ ਕਾਫੀ ਇਨਵੈਸਟ ਕਰ ਚੁੱਕਾ, ਬੜੀ ਟੈਨਸ਼ਨ ਹੈ ਮੈਨੂੰ। ਇਹ ਜ਼ਮੀਨ ਕਿਸੇ ਵੀ ਸੂਰਤ 'ਚ ਹੱਥੋਂ ਨਹੀਂ ਜਾਣੀ ਚਾਹੀਦੀ। ਤੁਸੀਂ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਡੋਂਟ ਮਾਈਂਡ ਮਾਈ ਸੇਇੰਗ ਜਿੰਦਲ ਸਾਹਿਬ, ਪਰ ਸਾਡਾ ਪੇਸ਼ਾ ਐਸਾ ਹੈ ਕਿ ਜਦ ਤੱਕ ਟੈਨਸ਼ਨ ਨਹੀਂ ਹੁੰਦੀ, ਸਾਡੀ ਕਿਸੇ ਨੂੰ ਯਾਦ ਹੀ ਨਹੀਂ ਆਉਂਦੀ। ਹਾਂਜੀ, ਗੱਲ ਤਾਂ ਸਹੀ ਹੈ। ਵੈਸੇ ਇੱਕ ਗੱਲ ਸਮਝ ਨਹੀਂ ਆਈ ਮੈਨੂੰ, ਇਹ ਸੁਖਦੇਵ ਵਾਲਾ ਕੇਸ ਜਿਹੜਾ ਹੈ, ਕਿਹੜੇ ਬੇਵਕੂਫ ਲਾਇਰ ਨੇ ਹਾਂ ਕੀਤੀ ਹੈ ਲੜਨ ਲਈ? ਕੋਈ ਕਪਤਾਨ ਸਿੰਘ ਹੈ ਜੀ, ਮੈਨੂੰ ਤਾਂ ਬੜਾ ਹੀ ਗੁੱਸੇ ਵਾਲਾ ਵਕੀਲ ਲੱਗਾ ਉਹ। ਕੌਣ ਕਪਤਾਨ? ਉਹ ਮਹਿੰਦਰ ਸਿੰਘ ਗਰੇਵਾਲ ਵਕੀਲ ਨਹੀਂ ਸੀ ਹੁੰਦਾ ਇੱਕ, ਉਹਦਾ ਮੁੰਡਾ ਹੈ। ਉਹ ਇਹ ਜਿਹੜਾ ਕਚਹਿਰੀ ਦੇ ਬਾਹਰ ਉਹ ਛਤਰੀ ਲਾ ਕੇ ਬੈਠਦਾ ਉਹ? ਆਹੋ ਜੀ, ਖੇਦ ਹੈ। ਆਮ ਸੌਰੀ ਜਿੰਦਲ ਸਾਹਿਬ, ਮੈਂ ਬੱਚਿਆਂ ਨਾਲ ਨਹੀਂ ਖੇਡਦਾ। ਢਿੱਲੋਂ ਸਾਹਿਬ, ਜਦੋਂ ਕੇਸ ਵੀ ਸੌਖਾ ਤੇ ਸਾਹਮਣੇ ਵਾਲਾ ਵਕੀਲ ਵੀ ਕਮਜ਼ੋਰ ਆ, ਫਿਰ ਕੇਸ ਲੜਨ 'ਚ ਕੀ ਹਰਜ ਆ? ਹਰਜ ਹੈ, ਕਿਉਂਕਿ ਕੇਸ ਤਾਂ ਮੈਂ ਜਿੱਤ ਜਾਣਾ, ਇਹ ਕੋਈ ਨਈ ਗੱਲ ਤਾਂ ਹੈ ਨਹੀਂ। ਪਰ ਉਹ ਰੋਪੜ ਵਾਲੇ ਨੇ ਮੇਰੇ ਸਾਹਮਣੇ ਕੇਸ ਹਾਰ ਕੇ ਕੌਡੀ ਤੋਂ ਲੱਖ ਦਾ ਹੋ ਜਾਣਾ ਉਹਨੇ। ਯੂ ਅੰਡਰਸਟੈਂਡ? ਤੁਸੀਂ ਕਰ ਲਓ ਗੱਲ। ਢਿੱਲੋਂ ਸਾਹਿਬ, मेरे लिए केस बहुत इंपॉर्टेंट है। मैं किसी किस्म का रिस्क नहीं लेना चाहता। ਤੁਹਾਡੀ ਅਮੀਰਾਂ ਦੀ ਆਹੀ ਤਾਂ ਗੱਲ ਮੈਨੂੰ ਚੰਗੀ ਲੱਗਦੀ ਹੈ, ਬੰਦਾ ਨਾ ਕਰ ਹੀ ਨਹੀਂ ਸਕਦਾ। ਕੋਈ ਗੱਲ ਨਹੀਂ, ਮੈਂ ਸਾਂਭ ਲਾਂਗਾ ਮੈਟਰ।
ਬੱਲੀਏ ਢਿੱਲੋਂ ਸਾਲਾ ਬਹੁਤ ਘਟੀਆ ਲੈਵਲ ਦਾ ਬੰਦਾ। ਇਹਨੇ ਸਾਲੇ ਨੇ ਉਹੀ ਨਹੀਂ ਆਪਾਂ ਨੂੰ ਸੱਦਿਆ, ਪਰ ਜੋ ਮਰਜ਼ੀ ਹੋ ਜੇ ਆਪਾਂ ਗੱਲ ਥੱਲੇ ਡਿੱਗਣ ਨਹੀਂ ਦੇਣੀ। ਉਹ ਥੱਲੇ ਡਿੱਗੀ ਤਾਂ ਗੱਲ ਲਿਬੜ ਜਾਣੀ ਹੈ, ਮੈਂ ਡਿੱਗਣ ਦੇਣੀ ਨਹੀਂ। ਹਾਂ ਜਾਣਾ ਕਿੱਧਰ ਨੂੰ ਆਪਾਂ? ਹੋਟਲ ਘੱਟ ਦਿੱਲੀ ਵਾਲਾ ਜੰਤਰ ਮੰਤਰ ਜਿਆਦਾ ਲਾਦਾ ਐਨੂੰ ਚੱਲ। ਨਾਲੇ ਬੱਲੀ ਦੇਖਿਆ ਜੇ ਅੰਗਰੇਜ਼ੀ ਦੇ ਚਟਾਕੇ ਪਾ ਦੇਣੇ ਆ। ਢਿੱਲੋਂ ਦੀ ਛਾਤੀ ਤੇ ਚੜ ਕੇ ਨੱਚਣਾ ਮੈਂ, ਛਾਤੀ ਤੇ। ਬੱਲੀ ਦੇਖੀ ਸਾਲਿਆਂ ਨੇ ਪਿਆਜ਼ਾਂ ਨੂੰ ਕਿਵੇਂ ਮੀਡੀਆ ਕਰ ਰੱਖਿਆ ਹੋਇਆ। ਕਿਆ ਬਲੜੀ ਗੱਠੇ। ਇੱਧਰ ਦੇਖ ਸਾਲਿਆਂ ਨੇ ਮੋਮਬੱਤੀਆਂ ਜਲਾਈਆਂ, ਲਾਈਟ ਗਈ ਹੋਈ ਨਹੀਂ। ਗੱਲ ਸੁਣ, ਆਪਾਂ ਪਛਾਣਨਾ ਨਹੀਂ, ਗੱਲ ਹੀ ਕੋਈ ਨਹੀਂ। ਐਕਸਕਿਊਜ਼ ਮੀ, ਕੀ ਨਾਂ ਸੀ ਛੋਟੇ ਦਾ? ਐਡਵੋਕੇਟ ਢਿੱਲੋਂ ਕਰਕੇ ਕਹਿੰਦੇ ਸੀ ਕੁਛ। ਹਾਂ ਕੋਈ ਢਿੱਲੋਂ ਨਾਂ ਦਾ ਐਡਵੋਕੇਟ ਆ। ਉਹਨੇ ਬੁਲਾਇਆ ਸੀ ਕਪਤਾਨ ਸਾਹਿਬ ਨੂੰ। ਮੈਂ ਹੀ ਐਡਵੋਕੇਟ ਢਿੱਲੋਂ ਹਾਂ। ਪਛਾਣਿਆ ਹੀ ਨਹੀਂ। ਚੇਅਰ ਵਾਲੀ ਉਸਤਾਦੀ ਬਰੋਬਰੀ ਤੇ ਨਹੀਂ ਨਾ ਬਹਿਣਾ। ਰਿਸਪੈਕਟ ਕਰਦਾ ਆਪਣੀ। ਹੱਥਾਂ ਖਾਲੀ ਖਾਲੀ ਲੱਗਦਾ, ਗਾਹ ਗੂ ਘੱਟ ਹੀ ਵੜਦਾ ਇਹਨਾਂ ਦੇ। ਇਹ ਸਾਰੀ ਜਗ੍ਹਾ ਮੈਂ ਹੀ ਬੁੱਕ ਕੀਤੀ ਉਹ ਤਾਂ ਕਿ ਅਸੀਂ ਬੈਠ ਕੇ ਆਰਾਮ ਨਾਲ ਗੱਲ ਕਰ ਸਕੀਏ। ਆ ਵਧੀਆ ਕੀਤਾ, ਕਿਉਂਕਿ ਆਈ ਡੋਨਟ ਲਾਈਕ ਰਸ਼। ਜਿੱਥੇ ਰਸ਼ ਹੁੰਦਾ ਮੈਂ ਜਾਂਦਾ ਵੀ ਨਹੀਂ। ਬੱਲੀ ਨੂੰ ਭੇਜ ਦੇਣਾ। ਕਿਉਂ ਬੱਲੀ? ਰਾਈਟ। ਬੱਲੀ, what time is our next appointment? ਉਸਤਾਦ ਜੀ only 2 hours left. Oh, I think let's come to the point. Yeah. ਪਹਿਲਾਂ ਇਹ ਦੱਸੋ ਕੀ ਪੀਓਗੇ? ਮੈਂ ਬੁਲਾਣਾ। Excuse me, hey yo, tender bar the bartender, come here. 2 martinis, shaken, not stirred. ਘੋਲ ਕੇ ਨਹੀਂ, ਹਿਲਾ ਕੇ। ਸਮਝਾਉਣਾ ਪੈਂਦਾ ਜੀ, ਕੁਝ ਵੀ ਲੈ ਆਉਂਦੇ ਨੇ ਚੱਕ ਕੇ। I love martini. Cheers. Yes. ਦੇਖੋ ਢਿੱਲੋਂ ਸਾਹਿਬ, ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਮੈਂ ਤੁਹਾਡੇ ਸਾਹਮਣੇ ਕੋਈ ਕੇਸ ਲੜੂੰਗਾ। ਪਰ ਹੁਣ ਦੇਖੋ ਬਈ, ਜੇ ਬੰਦੇ ਨੂੰ ਇੱਕ ਕੇਸ ਜਿੱਤ ਕੇ ਅਮਰੀਕਾ ਦਾ ਵੀਜ਼ਾ, NRI ਵੋਟੀ, ਵੱਡੇ ਦਫ਼ਤਰ ਦੇ ਵਿੱਚ ਟਾਇਰਾਂ ਤੇ ਚੱਲਣ ਵਾਲੀ ਕੁਰਸੀ ਇੱਧਰੋਂ ਉੱਧਰ, ਫਿਰ ਤਾਂ ਸਾਲਾ ਕੇਸ ਜਿੱਤਣਾ ਬਣਦਾ ਹੈ ਢਿੱਲੋਂ ਸਾਹਿਬ। ਮੈਂ ਸਮਝ ਸਕਦਾ। ਇਸੇ ਕਰਕੇ ਤੁਹਾਨੂੰ ਢਿੱਲੋਂ ਸਾਹਿਬ ਕਹਿੰਦੇ ਆ। ਕਿੰਨੀ ਜਲਦੀ ਸਮਝ ਗਏ। ਮੇਰਾ ਬਾਪੂ ਹੁੰਦਾ ਕਦੇ ਨਾ ਸਮਝਦਾ। ਉਸਤਾਈ ਪੈਗ ਵਾਲੀ ਤੇ ਜੈਕਾਰ ਪਰ ਆਵੇ ਚਿੱਟੇ ਪਾ ਕੇ ਬੇੜਾ ਹੀ ਕਰ ਗਿਆ। ਬੱਲੀ, these are known as green olives, not tehu, right? ਰਾਈਟ। ਇੱਕ ਗੱਲ ਦੱਸ, ਸਿੱਟੋ। ਤੈਨੂੰ ਲੱਗਦਾ ਤੂੰ ਮੇਰੇ ਕੋਲੋਂ ਇਹ ਕੇਸ ਜਿੱਤ ਲਏਂਗਾ? ਦੇਖੋ ਢਿੱਲੋਂ ਸਾਹਿਬ, ਜਿਹੜੇ ਹਿਸਾਬ ਨਾਲ ਢੇਹੂ ਵਾਲੀਆਂ ਕੂਪੀਆਂ ਆਪਣੇ ਅੰਦਰ ਜਾ ਚੁੱਕੀਆਂ ਨੇ, ਕੇਸ ਤਾਂ ਸਮਝ ਲਓ ਮੈਂ ਜਿੱਤ ਲਿਆ। ਬਾਕੀ ਸਵੇਰੇ ਦੀ ਸਵੇਰੇ ਦੇਖਾਂਗੇ। ਚੀਰਾ ਸਿੱਟੋਗੇ ਰਾ। ਬੱਲੀ ਚੱਕ ਲੈ ਪਲਿਆ। ਇੱਕ ਆਫਰ ਹੈ। ਆਫਰ ਤਾਂ ਕਦੇ ਏਅਰਟੈਲ ਦੀ ਲਈ, ਫਿਰ ਵੀ ਸਿੱਟੋ। ਤੂੰ ਇਹ ਕੇਸ ਛੱਡ ਦੇ ਤੇ ਮੈਂ ਤੈਨੂੰ ਇੱਕ ਦੂਜਾ ਕੇਸ ਦੇ ਦੇਣਾ। ਦੂਜਾ? ਮੈਂ ਜੱਜ ਸਾਹਿਬ ਨਾਲ ਗੱਲ ਕਰ ਲਾਂਗਾ, ਉਹ ਮੇਰਾ ਕਲਾਸ ਫੈਲੋ। ਕੇਸ ਜਿੱਤ ਕੇ ਤੂੰ ਅਮਰੀਕਾ ਚਲੇ ਜਾ। ਹੋ ਬੱਲੀ, ਲੋਕ ਤਾਂ ਉਹੀ ਇੱਧਰ ਉੱਧਰ ਰੱਬ ਲੱਭਦੇ ਫਿਰਦੇ ਆ। ਅਸਲੀ ਰੱਬ ਤਾਂ ਢਿੱਲੋਂ ਸਾਹਿਬ ਵਰਗੇ ਬੰਦਿਆਂ ਦੇ ਵਿੱਚ ਹੁੰਦਾ ਹੈ। ਢਿੱਲੋਂ ਸਾਹਿਬ, ਦਿਲ ਕਰਦਾ ਤੁਹਾਡੀ ਬੁੱਗੀ ਲੈ ਲਾ, ਪਰ ਬਾਟੇ ਬਹੁਤ ਹੈ। ਬੱਲੀ, ਉਸਤਾਦ ਦਾ ਕੰਮ ਕਰ। ਢਿੱਲੋਂ ਸਾਹਿਬ ਦੀਆਂ ਬੁੱਗੀਆਂ ਲੈ ਕੇ ਚੱਟ ਦੇ ਕਰਾ। ਚੱਟ ਦੇ ਢਿੱਲੋਂ ਸਾਹਿਬ ਨੂੰ। ਓਏ ਹੱਥ ਤੇ ਕਹਿ ਰਿਹਾ ਸੀ, ਹੱਥ ਤੇ। ਗੱਬੂ ਗੋਸ਼ਾਈ ਓਏ। ਅਬ ਢਿੱਲੋਂ ਸਾਹਿਬ ਡੋਂਟ ਮਾਈਂਡ, ਅਮਰ ਜੇ ਸਾਫ ਕਰ ਲੋ। ਇਹਨੇ ਸਾਲੇ ਨੂੰ ਥੁੱਕ ਜਿਹਾ ਲਾਤਾ। ਫੋਨ ਆ ਗਈ। ਫੋਨ ਸੁਖਦੇਵ ਦਾ ਫੋਨ। ਉਹ ਸੁਖਦੇਵ ਆਪਾਂ ਜਾਣਦੇ ਆ। ਚੱਲ ਜੋ ਵੀ ਇਹਦਾ ਫੋਨ ਚੱਕ ਕੇ ਕਹਿ ਦੇ ਕਿ ਉਸਤਾਦ ਹੋਣੀ ਬੀਜੀ ਹੈ। ਡੋਂਟ ਕਾਲ ਅਸ ਅਗੇਨ ਐਂਡ ਅਗੇਨ। ਉਸਤਾਈ ਤਾਂ ਬਹੁਤ ਇੱਕ ਕੰਮ ਕਰ, ਹਾਂਜੀ ਢਿੱਲੋਂ ਸਾਹਿਬ, ਇਸ ਕੇਸ ਦੇ ਸਾਰੇ ਪੇਪਰਸ ਤੇ ਫਾਈਲਸ ਕੱਲ ਲੈ ਕੇ ਦਫ਼ਤਰ ਆ ਜਾਈਂ ਤੇ ਦੂਜਾ ਕੇਸ ਲੈ ਜਾਈਂ। ਸਮਝ ਲਓ ਜੀ, ਕੰਮ ਡਨ, ਆਲ ਸੈਟ, ਗੁੱਡ ਲੱਕ। ਗੁੱਡ। ਵੇਟ ਅ ਬਿਲ। ਕੀ ਬਾਤ ਹੋ ਗਈ। ਓਏ ਬਿਲ ਢਿੱਲੋਂ ਸਾਹਿਬ, ਲੈ ਢਿੱਲੋਂ ਸਾਹਿਬ, ਬਿਲ ਮੈਂ ਦੇਗਾ। ਮੈਂ ਬਿਲ ਦੇਗਾ ਕਪਤਾਨ। ਬਈ ਇਟਸ ਓਕੇ। ਓਕੇ ਵਾਲੀ ਗੱਲ ਕੋਈ ਨਹੀਂ ਜੀ। ਉਹ ਪਹਿਲਾਂ ਕੇਸ ਜਿੱਤ ਜਾ, ਉਹਦੇ ਬਾਅਦ ਵੱਡੀ ਪਾਰਟੀ ਕਰਾਂਗੇ ਨਾ ਜਦੋਂ ਅਮਰੀਕਾ ਜਾਏਗਾ। ਉਹ ਵੱਡੀ ਪਾਰਟੀ ਵੀ ਕਰਾਂਗੇ ਜਨਾਬ। ਬਟ ਅੱਜ ਦਾ ਬਿਲ ਦੇਣਗੇ ਢਿੱਲੋਂ ਸਾਹਿਬ। ਆਪਾਂ ਪਾਰਟੀ ਕਰਾਂਗੇ ਅਮਰੀਕਾ ਜਾਣ ਵੇਲੇ। ਨਹੀਂ, ਬਿਲ ਦੇਂਗੇ ਆਪਾਂ ਉਸਤਾਈ। ਬਈ ਬਿਲ ਜਾਣਗੇ ਢਿੱਲੋਂ ਸਾਹਿਬ। ਆਪਾਂ ਦੇ ਉਸਤਾਈ ਮੰਨ ਲੈ। ਜੋ ਉਸਤਾਈ ਕਹਤਾ ਰਾਈਟ। ਬਿਲ ਦਿਓਗੇ ਤੁਸੀਂ। ਚੱਕ ਜੀਰਾ। ਬੱਲੀ ਘੱਟ ਪੀਦਾ ਹੈ, ਪਿੱਤਾ ਸਾੜ ਦਿੰਦੀ ਹੈ ਜੀ। ਪਿੱਤਾ ਕਿਹੜਾ ਕਾਗਜ਼ ਦਾ ਉਸਤਾਈ?
ਸਾਲਿਆ ਕਾਲੂਆ ਜਿਹਾ ਅਮਰੀਕਾ ਜਾ ਕੇ ਤੈਨੂੰ ਬਹੁਤ ਮਿਸ ਕਰੂੰ ਮੈਂ। ਅੱਛਾ ਜੀ। ਉੱਥੇ ਕੀਤੇ ਗੋਰੇ ਗਾਰੇ ਦੇ ਰਗੜੇ ਬਜੜੇ ਵੀ ਤੂੰ ਉਹ ਰੋਕ ਲਾ। ਹਾਂਜੀ ਹਾਂਜੀ। ਚੰਗਾ ਉਸਤਾਦ ਜੀ, ਚੱਲਦਾ ਜੀ। ਤੂੰ ਸਕੂਟਰ ਨੂੰ ਰਾਤ ਚਲਾ ਕੇ ਅੱਛਾ ਜੀ। ਆ ਬਾਹਰੋਂ ਇੱਥੋਂ ਭੂੰਡ ਭੰਡ ਫੜ ਕੇ ਆਪਣੇ ਘਰ ਨੂੰ ਤਿੱਤਰ ਹੋ ਜਾ। ਠੀਕ ਹੈ ਉਸਤਾਦ ਜੀ। ਠੀਕ ਹੈ ਉਸਤਾਦ ਜੀ, ਗੁੱਡ ਨਾਈਟ ਜੀ। ਗੁੱਡ ਨਾਈਟ। ਤੈਨੂੰ ਮਿਸ ਕਰੂੰ ਅਮਰੀਕਾ ਚ। ਉਹ ਪਾਵੇ ਲੁਕ ਲੁਕ ਦਾਰੂ ਚ ਬਰਫਾਂ ਪਾਪਾ ਮੇਰਾ ਨੀ। ਕਾਕਾ ਬਾਹਰੋਂ ਹੀ ਖਾ ਪੀ ਕੇ ਆਉਣਾ ਹੁੰਦਾ ਤਾਂ ਫੋਨ ਹੀ ਕਰ ਦਿਆ ਕਰ। ਮੰਮੀ ਤੇਰੀ ਉਡੀਕਦੀ ਰਹਿੰਦੀ ਹੈ ਰੋਟੀ ਤੇ। ਉਹ ਡੈਡੀ ਜੀ, ਤੁਹਾਡੇ ਪੁੱਤ ਨੇ ਲਾ ਲਿਆ ਜਗਾੜ। ਪਾਲੀ ਸਕੀਮ ਬਾਹਰ ਨੂੰ ਜਾਣ ਦੀ। ਆ ਮਹੀਨਾ ਖੰਡੇਗਾ ਔਖ ਸੌਖ ਕੱਟ ਲੋ। ਜੁਗਾੜ ਸਕੀਮਾਂ ਬਹੁਤੀ ਦੂਰ ਤੱਕ ਸਾਥ ਨਹੀਂ ਦਿੰਦੀਆਂ। ਡੈਡੀ ਜੀ, ਜਿੰਨੇ ਦੀ ਤੁਹਾਡੀ ਬੋਤਲ ਆ ਨਾ, ਇੰਨੇ ਦਾ ਪੈਗ ਪੀ ਕੇ ਆਇਆ ਮੈਂ। ਹਾਂ, ਨਾਲੇ ਵੈਸੇ ਵੀ ਤੁਹਾਡੇ ਵਰਗਾ ਨਹੀਂ ਬਣਨਾ ਮੈਂ। ਡੈਡੀ ਉਹ ਤਾਂ ਨਹੀਂ ਸਟੈਂਡ ਲੈ ਗਿਆ। ਆ ਡੈਡੀ ਜੀ, ਸਵੇਰੇ ਕਰਦੇ ਜੀ ਗੱਲਬਾਤ। ਚਗਾਠੀ ਨਾ ਵੱਟ ਦਿਓ ਬਾਪੂ ਜੀ, ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਜੀ। ਆ ਲੜਾਈ ਝਗੜੇ ਚ ਕੀ ਰੱਖਿਆ ਡੈਡੀ? ਡੈਡੀ ਆਈ ਲਵ ਯੂ। ਆ ਬੱਲੀ ਤੂੰ ਕਰੇ ਨਹੀਂ ਗਿਆ ਹਾਲ ਤੱਕ ਓਏ? ਨਾ, ਤੂੰ ਸੁਖਦੇਵ ਨੂੰ ਕੀ ਕਿਹਾ? ਉਹ ਸੁਖਦੇਵ ਜਿਹਦਾ ਕੇਸ ਲੜਨਾ ਤੂੰ। ਵਿੱਚ ਕੇਸ? ਸੁਖਦੇਵ ਦਾ। ਆ ਬੱਲੀ, ਆਪਣੀ ਡੈਰੀ ਚੈੱਕ ਕਰ ਦੇਖ ਬਈ ਕੀ ਨਾਂ ਲਿਆ? ਸੁਖਦੇਵ। ਹਾਂ, ਜੋ ਵੀ ਹੈ ਕੋਈ ਇਹ ਜਿਹਾ? ਮੈਂ ਨਾ ਹੀ ਪਹਿਲੀ ਵਾਰ ਸੁਣਿਆ ਜੀ। ਸੁਣ ਲੋ। ਅੱਛਾ, ਤੂੰ ਠਹਿਰ, ਲਾਉਣੀ ਹੈ ਤੇਰੀ ਪੀਤੀ। ਇਹ ਗਾਂ ਸ਼ਿਕੰਜਵੀ ਦੇ ਜੱਗ ਚੱਕੀ ਫਿਰਦੀ ਜਿਹੜੀ ਲਾਊਗੀ ਪੀਤੀ। ਬਈ ਕੀ ਪਤਾ ਵੀਕਾਸੂਰ ਦੇ ਕੈਪਸੂਲ ਲਿਆਈ ਹੋਵੇ। ਸਾਹਮਣੇ ਨਾ ਕੋਟਿਆ ਕਰ। ਹਾਈ ਸੈਮ। ਹਾਈ ਪ੍ਰੀਤੀ। ਬੱਲੀ ਚਮਚਾ। ਤੂੰ ਕਪਤਾਨ ਨਾਲ ਗੱਲ ਕਰਨਾ ਚਾਹੁੰਦੀ ਸੀ ਨਾ? ਲਿਆ ਖੜਾ ਹੈ। ਹੇ ਕਪਤਾਨ। ਸਤਿ ਸ੍ਰੀ ਅਕਾਲ ਜੀ। ਤੈਨੂੰ ਪਤਾ ਹੈ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਵਧੀਆ ਗੱਲ ਜੀ, ਖੁਸ਼ ਰਹਿਣਾ ਚਾਹੀਦਾ। ਔਰ ਇਸ ਖੁਸ਼ੀ ਦੀ ਵਜ੍ਹਾ ਤੂੰ ਹੈ। ਅੱਛਾ। ਜਦੋਂ ਤਾਂ ਪ੍ਰੀਤੀ ਨੇ ਮੈਨੂੰ ਦੱਸਿਆ ਕਿ ਤੂੰ ਉਸ ਗਰੀਬ ਸੁਖਦੇਵ ਦਾ ਕੇਸ ਲੜ ਰਿਹਾ ਹੈ, ਆਈ ਐਮ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਯੂ। ਮੈਨੂੰ ਤਾਂ ਲੱਗਿਆ ਸੀ ਤੂੰ ਕੋਈ ਸੌਖਾ ਜਿਹਾ ਕੇਸ ਲੈ ਕੇ ਫਾਹਾ ਵੱਟ ਦੇਗਾ, ਪਰ ਤੂੰ ਏਦਾਂ ਕੀਤਾ ਨਹੀਂ। ਕਪਤਾਨ, ਆਈ ਐਮ ਸੋ ਇੰਪ੍ਰੈਸਡ ਦੈਟ ਯੂ ਡੂਇੰਗ ਸੋ ਵੈਲ। अब केस तो अपने को और बहुत आ गए, बहुत केस ने। कोई दूसरा केस नहीं लड़ना। ये सुखदेव वाला केस बहुत इंटरेस्टिंग है एंड यू हैव टू विन एंड डू जस्टिस। चलो अब कर गो नाउ, यू हैव टू फाइट हार्ड। बाय ਬਾਈ ਸੈਮ, ਥੈਂਕ ਯੂ। ਹੁਣ ਬੰਦਿਆਂ ਵਾਂਗੂ ਕੇਸ ਤੇ ਕੰਮ ਸ਼ੁਰੂ ਕਰ ਲਾ, ਨਹੀਂ ਤਾਂ ਤੇ ਤੋਂ ਸੈਮ ਨਹੀਂ ਵਿਆਹ ਹੋਣੀ। ਪ੍ਰੀਤੀ ਇੱਕ ਮਿੰਟ ਉਰਿਆ, ਇਹਦੇ ਨਾਲ ਗੱਲ ਕਰੋ। ਜਿਹੜੀ ਦਾਰੂ ਝੰਮ ਕੇ ਉਹਦੇ ਪੈਸੇ ਦੇਣੇ ਪੈਣੇ ਆ ਢਿੱਲੋਂ ਵਾਲੇ। ਕਰਦਾ ਇਧਰ ਆਈ ਛੋਟੀ ਗੱਲ ਸੁਣ। ਉਸਤਾਈ ਉਹਨਾਂ ਨੂੰ ਨਾ ਪੈਸੇ ਚਾਹੀਦੇ ਆ। 7500 ਰੁਪਏ ਢਿੱਲੋਂ ਦੇਣਾ। ਕਮਾਨ ਮਨ ਦਾ ਚਪੇੜਾ ਨਾਲ ਹੀ ਹੈ। ਉਸਤਾਈ ਅੱਜ ਇਹ ਵੀ ਚਪੇੜ ਮਾਰ ਗਈ। ਮਾਰਨੀ ਤਾਂ ਮੈਂ ਸੀ, ਮੇਰਾ ਮਨ ਜਿਹਾ ਨਹੀਂ ਸੀ ਮਰ ਰਿਹਾ। ਸਾਲਾ ਸਾਡੇ ਘਰੇ ਤਾਂ ਵਾਈਫਾਈ ਵੀ ਨਹੀਂ ਚੱਲਦਾ, ਇਹ ਕਿਲੀ ਫਿਰਦੀ ਸੀ ਨਾਲ। It's a competitive world out there, and you should be ready for it. ਜਿੱਥੇ ਕਮਜ਼ੋਰ ਹਮੇਸ਼ਾ ਤਾਕਤਵਰ ਤੋਂ ਹਾਰੇਗਾ, ਇਸ ਲਈ ਆਪਣੀ ਲਾਈਫ 'ਚ ਕਦੇ ਵੀ ਕਮਜ਼ੋਰ ਨਾ ਬਣੋ। If you have the might, you are always going to be right. ਮੁੱਖ ਦੀ ਗੱਲ ਇਹ ਹੈ ਕਿ ਹਾਰ ਤੇ ਜਿੱਤ ਇੱਕੋ ਸਿੱਕੇ ਦੇ ਦੋ ਪਹਿਲੂ ਕਦੇ ਨਹੀਂ ਹੁੰਦੇ। ਹਾਰ ਨੂੰ ਰੱਬ ਦਾ ਭਾਣਾ ਮੰਨ ਕੇ ਜੋ ਜਿਉਂਦੇ ਨੇ, ਉਹ ਕਦੀ ਲਾਈਫ 'ਚ ਜਿੱਤ ਨਹੀਂ ਸਕਦੇ, ਤੇ ਜੋ ਜਿੱਤ ਸਕਦੇ ਨੇ, ਉਹਨਾਂ ਦੇ ਸਿੱਕੇ ਦੇ ਦੋਵੇਂ ਪਾਸੇ ਜਿੱਤ ਹੀ ਲਿਖੀ ਹੈ। ਕਪਤਾਨ ਸਿੰਘ, ਤੂੰ ਇੱਥੇ ਕੀ ਕਰ ਰਿਹਾ? ਸਰ, ਉਹ ਕੱਲ ਦੀ ਦਾਰੂ ਵਾਲੇ ਪੈਸੇ ਲੈ ਕੇ ਆਇਆ ਸੀਗਾ ਜੀ। ਸੁਖਦੇਵ ਸਿੰਘ ਵਾਲਾ ਕੇਸ ਤਾਂ ਮੈਨੂੰ ਲੜਨਾ ਹੀ ਪੈਣਾ ਜੀ। ਆ 5000 ਆ, ਬਾਕੀ ਦੇ 2500 ਫੇਰ ਕਰ ਲਾਂਗੇ। ਬਾਅਦ ਚ ਗੱਲ ਕਰਨੇ।
ਤੂੰ ਸ਼ਾਮੀ ਆਫਿਸ ਆ ਜਾ। ਬਾਅਦ 'ਚ ਕਿਹੜੀ ਗੱਲ ਕਰਨੀ ਜੀ? ਨਾਲੇ ਮੈਂ ਕਿੱਥੇ ਆਫਿਸ ਦੇ ਗੇੜੇ ਮਾਰਦਾ ਫਿਰੂੰ ਜੀ? ਪੈਸੇ ਲਓ, ਮੈਨੂੰ ਜ਼ਿੰਮੇਵਾਰੀ ਤੋਂ ਵਿਹਲਾ ਕਰੋ ਜੀ। ਹੁਣ ਸਿੱਧੇ ਕੋਰਟ 'ਚ ਮਿਲਾਂਗੇ। ਹਾਂਜੀ, ਟਲਦਾ ਨਹੀਂ ਨਾ ਤੂੰ? ਟਲਦੇ ਤਾਂ ਤੁਸੀਂ ਵੀ ਐ ਨਹੀਂ ਕਿ ਜੀ। ਸਤਿ ਸ਼੍ਰੀ ਅਕਾਲ। ਕਪਤਾਨ ਸਿੰਘ, ਇੱਕ ਮਿੰਟ। ਲੇਡੀਜ਼ ਐਂਡ ਜੈਂਟਲਮੈਨ, ਇਹ ਐਡਵੋਕੇਟ ਕਪਤਾਨ ਸਿੰਘ ਜੀ ਨੇ। ਸਾਡੀ ਕਚਹਿਰੀ 'ਚ ਉੱਗੀ ਨਵੀਂ ਖੁੰਬ ਨੇ। ਇਹਨਾਂ ਦੀ ਤਾਰੀਫ 'ਚ ਮੈਂ ਬਸ ਇੱਕੋ ਗੱਲ ਕਹਾਂਗਾ ਕਿ ਇਹਨਾਂ ਨੇ ਫੈਸਲਾ ਕਰ ਲਿਆ ਕਿ ਇਹ ਮੇਰੇ ਅਗੇਂਸਟ ਲੜਨਗੇ। Don't you think all of us here should wish him the best of luck? ਕਾਕਾ ਤੈਨੂੰ ਸ਼ਾਇਦ ਪਤਾ ਨਹੀਂ, ਢਿੱਲੋਂ ਸਾਹਿਬ ਪਿਛਲੇ 30 ਸਾਲਾਂ ਤੋਂ ਇੱਕ ਵੀ ਕੇਸ ਨਹੀਂ ਹਾਰੇ। ਪੰਗਾ ਨਾ ਲੈ ਲਈ ਕਿਤੇ। ਮੈਂ ਕਿਹੜਾ ਜੀ ਘਾਟਾਂ ਢਿੱਲੋਂ ਸਾਹਿਬ ਤੋਂ। ਜਿਵੇਂ ਪਿਛਲੇ 30 ਸਾਲਾਂ ਤੋਂ ਢਿੱਲੋਂ ਸਾਹਿਬ ਕੋਈ ਕੇਸ ਨਹੀਂ ਹਾਰੇ, ਉਵੇਂ ਹੀ ਜਦੋਂ ਦੀ ਮੈਂ ਵਕਾਲਤ ਸ਼ੁਰੂ ਕੀਤੀ ਆ ਕੋਈ ਕੇਸ ਜਿੱਤਿਆ ਨਹੀਂ। ਪਰ ਮੈਂ ਹੈਗਾ ਥੋੜਾ ਜਿਹਾ ਕਰੈਕਟ ਟਾਈਪ ਬੰਦਾ ਜੀ। ਜੇ ਕਿਤੇ ਕਚਹਿਰੀ 'ਚ ਮੇਰਾ ਸੂਤ ਲੱਗ ਗਿਆ ਨਾ ਤਾਂ ਮੇਰਾ ਕੱਖ ਜਾਣਾ ਨਹੀਂ ਤੇ ਤੁਹਾਡੇ ਢਿੱਲੋਂ ਸਾਹਿਬ ਦਾ ਕੱਖ ਰਹਿਣਾ ਨਹੀਂ। ਦੇਖੋ ਜੀ, ਮੈਂ ਤਾਂ ਆਪਦੀ ਬਾਂਹ ਬੇਲਣੇ 'ਚ ਦੇ ਲਈ ਆ। ਕੇਸ ਤਾਂ ਹੁਣ ਜਿੱਤਣਾ ਹੀ ਪੈਣਾ। ਕਿਉਂ ਢਿੱਲੋਂ ਸਾਹਿਬ? ਅੱਛਾ, ਟਿੱਡੀਆਂ ਬੱਕੇ ਨੂੰ ਚੱਲੀਆਂ ਨੇ। ਦੇਖੀ ਕਾਕਾ ਕਿਤੇ ਪਹਿਲੀ ਪੇਸ਼ੀ 'ਚ ਹੀ ਖੰਭ ਨਾ ਚੜ ਜਾਣ ਤੇਰੇ। ਢਿੱਲੋਂ ਸਾਹਿਬ, ਮੈਂ ਵੀ ਲਾਅ ਕੀਤੀ ਹੈ ਜੀ। ਮੈਂ ਕਿਹੜਾ ਪਿੱਲ ਗੋਲੀਆਂ ਖੇਡ ਕੇ ਵਕੀਲ ਬਣਿਆ। ਤੁਸੀਂ ਵੱਡੇ ਵਕੀਲ ਹੋ ਜੀ, ਤੁਹਾਡੀ ਇੱਜ਼ਤ ਕਰਦਾ ਮੈਂ। ਡਰਦਾ ਤਾਂ ਮੈਂ ਆਪਦੇ ਪਿਓ ਤੋਂ ਵੀ ਹੈ ਨਹੀਂ। ਗਿੱਦੜ ਦੇ ਹੌਂਕਿਆਂ ਨਾਲ ਬੇਰ ਨਹੀਂ ਪੱਕਦੇ ਕਾਕਾ। ਜੇ ਰੱਬ ਵੀ ਥੱਲੇ ਆ ਕੇ ਗਵਾਹੀ ਦੇ ਦੇ ਨਾ ਕਿ ਉਹ ਸੁਖਦੇਵ ਜਿਉਂਦਾ ਹੈ, ਤਾਂ ਵੀ ਮੈਂ ਕਚਹਿਰੀ 'ਚ ਸਾਬਤ ਕਰ ਦਿਆਂਗਾ ਕਿ ਉਹ ਮਰ ਚੁੱਕਿਆ ਹੈ। ਖਜੂਰ ਤੇ ਚੜੇ ਨੂੰ ਹਮੇਸ਼ਾ ਦੋ ਦਿਸਦੇ ਆ ਢਿੱਲੋਂ ਸਾਹਿਬ। ਬੜਾ ਗਰੂਰ ਹੈ ਨਾ ਤੁਹਾਨੂੰ ਆਪਦੀ ਵਕਾਲਤ ਤੇ। ਪਰ ਐਤਕੀ ਕੇਸ ਦੀ ਬਹੁਤੀ ਤਿਆਰੀ ਨਾ ਕਰਿਓ, ਕਿਉਂਕਿ ਤੁਸੀਂ ਜਿੱਤਣਾ ਨਹੀਂ ਤੇ ਮੇਰਾ ਜਿੱਤੇ ਬਿਨਾਂ ਸਰਨਾ ਨਹੀਂ। ਠੀਕ ਹੈ ਜੀ? ਮਾਫੀ ਚਾਹੁੰਦਾ, ਤੁਹਾਡੇ ਪ੍ਰੋਗਰਾਮ 'ਚ ਮੈਂ ਥੋੜਾ ਵਿਘਨ ਪਾਤਾ। ਪਰ ਢਿੱਲੋਂ ਸਾਹਿਬ ਨੂੰ ਕਹਿ ਦਿਓ ਬਈ ਇਹ ਕੇਸ ਉੜਦਾ ਹੋਇਆ ਤੀਰ ਆ, ਕਿਤੇ ਫੜ ਕੇ ਆਪਦੀ ਬੱਖੀ 'ਚ ਨਾ ਲੈ ਲਿਓ। ਢਿੱਲੋਂ ਸਾਹਿਬ, ਤੁਹਾਡੇ ਪਿੰਡ ਬੱਖੀ ਨੂੰ ਹੀ ਬੱਖੀ ਕਹਿੰਦੇ ਆ? ਹਾਂ। ਅੱਛਾ, ਸਾਡੇ ਪਿੰਡ ਤਾਂ ਨਹੀਂ ਕਹਿੰਦੇ। ਕਪਤਾਨ, ਲੇਟ ਹੋ ਰਿਹਾ, ਛੇਤੀ ਕਰ। ਆਉਣਾ ਲੰਬੋ। ਫਾਈਲਾਂ ਵੱਡੀਆਂ ਬਣਾਉਂਦੇ ਆ, ਝੋਲੇ ਛੋਟੇ। ਉਹ ਖੜ ਜਾ, ਪਹਿਲਾਂ ਸਾਹ ਤਾਂ ਲੈ ਲਾ। ਹੋ ਗਿਆ ਮੇਰਾ ਪੁੱਤ ਤਿਆਰ। ਆ ਮੈਂ ਆਪਣੇ ਪੁੱਤ ਲਈ ਨਾ ਦਹੀਂ 'ਚ ਖੰਡ ਪਾਈ ਐ, ਖਾ ਲੈ ਮੇਰਾ ਪੁੱਤ, ਚੰਗਾ ਹੁੰਦਾ ਹੈ। ਕੀ ਹੋਇਆ? ਇੰਨੀ ਖੰਡ? ਹਾਏ ਹਾਏ, ਮਾਤਾ ਤੂੰ ਐ ਕਰਦੀ ਆ ਜਿਵੇਂ ਬਾਪੂ ਵਕੀਲ ਨੇ ਡੀਪੂ 'ਚ ਲੱਗਿਆ ਹੁੰਦਾ ਵਾ। ਆਂਟੀ ਮੈਂ ਤਾਂ ਕਹਿੰਦੀ ਭਾਵੇਂ 2 ਚਮਚ ਹੋਰ ਪਾ ਦਿਓ, ਸ਼ਾਇਦ ਮੇਰੇ ਨਾਲ ਹੀ ਮਿੱਠਾ ਬੋਲਣ ਲੱਗ ਜੇ। ਅੱਛਾ ਜੀ, ਜੇ ਖੰਡ ਨਾਲ ਬੰਦਾ ਮਿੱਠਾ ਬੋਲਣ ਲੱਗਦਾ ਤਾਂ ਮਾੜੀ ਮੋਟੀ ਆਪਣੇ ਪਾਪਾ ਜੀ ਨੂੰ ਵੀ ਖਵਾਇਆ ਕਰੋ। ਚਲੋ ਖਵਾ ਦਿੰਨੇ ਆ, ਇਹ 'ਚ ਕਿਹੜਾ ਵੱਡੀ ਗੱਲ ਹੋ ਗਈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਬਸ ਜਤਾ ਦੇ ਮੇਰੇ ਮੁੰਡੇ ਨੂੰ। ਓ ਮਾਤਾ, ਐਵੇਂ ਹੀ ਆਪਣੀ ਇੱਕ ਮੰਗ ਵੇਸਟ ਕਰ ਲਈ। ਕੇਸ ਤਾਂ ਮੈਂ ਜਿੱਤੀ ਜਾਣਾ। ਚੰਗਾ, ਕੀ ਹੋਇਆ? ਬਾਲ ਨਾ ਖਰਾਬ ਕਰ ਦਿਓ। ਚੱਲ ਸ਼ਕੀਨ ਵੱਡਾ, ਮੈਂ ਸੁਖਦੇਵ ਨੂੰ ਗੁਰਦੁਆਰਿਓਂ ਲੈ ਕੇ ਪਹੁੰਚਦਾ। ਹਾਂ, ਤੂੰ ਨਿਕਲ। ਨਾਲੇ ਹਾਂ, ਉਹਨੂੰ ਬੱਲੀ ਨੂੰ ਕਹਿ ਦੀ ਵੀ ਫਾਈਲ ਚੱਕ ਲਿਆਵੇ। ਉਹਦੇ ਵੀ ਕੰਮ ਤੈਨੂੰ ਪਤਾ ਹੀ ਆ, ਭੇਜੀਏ ਦਿੱਲੀ ਲਾਹੌਰ ਜਾ ਵੜਦਾ। ਗੱਲ ਸੁਣ, ਪਾਪਾ ਜੀ ਦੇ ਪੈਰੀ ਹੱਥ ਤੇ ਲਾਉਣਾ ਤੂੰ ਹੀ ਲਾ ਲਾ।
अंकल जी आज कप्तान बड़ा ही कॉन्फिडेंट लग रहे हैं ਬੇਟਾ ਇਹ ਸੱਚਾਈ ਦਾ ਕੌਨਫੀਡੈਂਸ ਹੈ ਪਹਿਲੀ ਵਾਰ ਸੱਚ ਦੀ ਲੜਾਈ ਲੜਨ ਚੱਲਿਆ ਹੈ ਗੁੱਡ ਲੱਕ ਸੁਖੇ ਬਾਈ ਅੱਜ ਦੇਖੀ ਤਿਆਰੀ ਆਪਦੇ ਵੀਰ ਦੀ ਢਿੱਲੋਂ ਨੂੰ ਤਾਂ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ ਜਿਹੜੀ ਐਡੀ ਵੱਡੀ ਗੱਡੀ ਲਈ ਫਿਰਦਾ ਬਾਈ ਕਾਲੀ ਕਾਲੀ ਚ ਮੁੜੀ ਵੀ ਨਹੀਂ ਜਾਣੀ ਉਹ ਤੋਂ ਦੇਖੀ ਜੰਗ ਕਰਾਂ ਜਲਵਾ ਓ ਸੁਖਦੇਵ ਓਏ ਓ ਸੁਖੇ ਓਏ ਓਏ ਮੈਨੂੰ ਕਿਹਨੇ ਆਵਾਜ਼ ਮਾਰੀ? ਤੈਨੂੰ ਤਾਂ ਤੇਰੇ ਘਰ ਦੇ ਨਹੀਂ ਪਛਾਣਦੇ ਓਏ ਉਹ ਤੇ ਸੁੱਖਾ ਹੈ ਨਾ ਉਹੀ ਖੇੜੇ ਵਾਲਾ ਹਾਂ ਪਛਾਣਿਆ ਮੈਨੂੰ ਉਹ ਯਾਰ ਮੈਂ ਬੰਤ ਉਹ ਬਲਵੰਤ ਉਹ ਦੁਲਚੀ ਮਾਜਰੇ ਵਾਲਾ ਯਾਰ ਆਹੋ ਬਈ ਨਾ ਨਾ ਹੁਣ ਇਹਨੇ ਕਿੱਥੇ ਪਛਾਣਨਾ ਹੈ ਵੱਡਾ ਬੰਦਾ ਹੋ ਗਿਆ ਇੰਗਲੈਂਡ ਵਾਲਾ ਵੈਸੇ ਦਾੜੀ ਕੇਸ 'ਚ ਵਧੀਆ ਲੱਗਦਾ ਹੈ ਭਾਜੀ ਪਛਾਣਦੇ ਹੋ ਤੁਸੀਂ ਇਹਨਾਂ ਨੂੰ ਆਹੋ ਬਾਈ ਜੀ ਮੈਂ ਤਾਂ ਪਛਾਣਦਾ ਪਰ ਇਹ ਨਹੀਂ ਹੁਣ ਮੈਨੂੰ ਪਛਾਣਦਾ ਉਹ ਪਛਾਣੂਗਾ ਵੀ ਕਿੱਦਾਂ ਨਿੱਕਾ ਹੁੰਦਾ ਕਦੀ ਦਾਣਾ ਮੰਡੀ ਵੜਿਆ ਹੋਵੇ ਤਾਂ ਨਾ ਬਈ ਸਾਨੂੰ ਵੀ ਉਹੀ ਪਟਿਆਲੇ ਵਾਲੀ ਦਾਣਾ ਮੰਡੀ ਲੱਗਦੀ ਹੈ ਉਹ ਇਹਦੇ ਆੜਤੀਏ ਕੋਲੋਂ ਤੇ ਅਸੀਂ ਸੁੱਟਦੇ ਰਹੇ ਉੱਥੇ ਦਾਣੇ 2-4 ਵਾਰ ਮਿਲਿਆ ਮੈਨੂੰ ਉੱਥੇ ਉਹ ਕਿਤੇ ਐ ਤਾਂ ਨਹੀਂ ਬਈ ਜਦ ਤੂੰ ਬਾਹਰ ਗਿਆ ਤੇਰੇ ਚਾਚੇ ਨੇ 5000 ਮੈਥੋਂ ਫੜਿਆ ਸੀ ਤਾਂ ਨਾ ਪਛਾਣਦਾ ਹੋਵੇ ਕਿਤੇ ਬਾਈ ਜੀ ਆਪਣੇ ਤਾਂ ਗਏ ਪੈਸੇ ਮੈਂ ਕਿਹਾ ਗੰਗਾ ਗਈਆਂ ਹੱਡੀਆਂ ਹੋ ਗਈਆਂ ਉਹ ਮੈਨੂੰ ਦੱਸ ਪਛਾਣਦਾ ਤੂੰ ਇਹਨੂੰ ਪਛਾਣਦਾ ਤੂੰ ਯਾਰ ਸੁੱਖੀ ਮੈਂ ਤਾਂ ਤੇਰੇ ਪਿੰਡ ਵਾਲਿਆਂ ਤੋਂ ਕੁਝ ਹੋਰ ਹੀ ਸੁਣਿਆ ਸੀ ਉਹ ਕਹਿੰਦੇ ਕਿ ਸੁੱਖੀ ਤਾਂ ਪੂਰਾ ਹੋ ਗਿਆ ਆ ਕਿਤੇ ਰੇਲ ਗੱਡੀ ਨਾਲ ਕੋਈ ਐਕਸੀਡੈਂਟ ਹੋਇਆ ਮੁੜਨ ਵੇਲੇ ਕਿਤੇ ਉਹ ਨਾ ਭਾਜੀ ਦੇਖ ਲਓ ਰੱਬ ਦਾ ਭਾਣਾ ਬੰਦਾ ਵਾਪਸ ਮੁੜਿਆ ਆ ਸ਼ਾਇਦ ਤੁਹਾਡੇ 25000 ਕਰਕੇ ਹੀ ਆ ਗਿਆ ਭਾਜੀ ਬਹੁਤ ਸਹੀ ਟਾਈਮ ਤੇ ਮਿਲੇ ਹੋ ਇਹੀ ਗੱਲ ਤੁਸੀਂ ਕਚਹਿਰੀ 'ਚ ਕਹਿ ਸਕਦੇ ਹੋ ਹਾਂ 25000 ਵਾਲੀ ਨਾ ਕਹਿ ਦੂੰਗਾ ਨਹੀਂ ਬਈ ਤੁਸੀਂ ਇਹਨੂੰ ਜਾਣਦੇ ਹੋ ਇਹਨੂੰ ਪਛਾਣਦੇ ਹੋ ਲੈ ਆਹ ਕਿੱਡੀ ਗੱਲ ਕਰਤੀ ਯਾਰ ਹੈਂ? ਉਹ ਬਾਈ ਕਚਹਿਰੀ ਤਾਂ ਛੱਡ ਮੈਂ ਤਾਂ ਰੇਡੀਓ ਤੇ ਅਨਾਉਂਸਮੈਂਟ ਕਰਾ ਦੂੰ ਮੈਂ ਇਹਨੂੰ ਜਾਣਦਾ ਮੈਂ ਇਹਨੂੰ ਪਛਾਣਦਾ ਇਹੀ ਸੁੱਕਾ ਹੈ ਕਦੋਂ ਜਾਣਾ ਦੱਸੋ ਭਾਜੀ ਬੈਠੋ ਸਕੂਟਰ ਤੇ ਬੈਠੋ ਹੁਣੇ ਜਾਣਾ ਹੈ ਚਲੋ ਬਹਿ ਗਏ ਸੁੱਕੇ ਬਾਈ ਬਹਿ ਗਿਆ ਜੀ ਬਹਿ ਗਿਆ ਚਲੋ ਆ ਦੇਖਿਓ ਜੀ ਦੇਖਿਓ ਉਸਤਾਦ ਜੀ ਕੀ ਕਰ ਜਾਣਾ ਉਸਤਾਦ ਜੀ ਬਾਹਰ ਮੀਡੀਆ ਸੱਦਿਆ ਕੇਸ ਜਿੱਤਣ ਤੋਂ ਬਾਅਦ ਆਪਾਂ ਫੋਟੋਆਂ ਕਰਾਉਣੀਆਂ ਗੱਲ ਸੁਣ ਲੈ ਮੇਰੀ ਅੱਜ ਚਵੜ ਕੋਈ ਨਹੀਂ ਮਾਰਨੀ ਭਾਰੇ ਡਾਇਲੋਗਾਂ ਤੇ ਜ਼ੋਰ ਰੱਖਣਾ ਮੁਗਲੇ ਆਜ਼ਮ ਫਿਲਮ ਹੁੰਦੀ ਆਮੀਨ ਹੈ ਛਾ ਗਿਆ ਸਭ